ਜੀਵਨ ਕੌਤਕ ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਭਾਗ ਪਹਿਲਾ। ਕੋਠਾ ਗੁਰੂ ਦੇ ਮਲੂਕੇ ਦੀ ਵਾਰਤਾ। ਇੱਥੋਂ ਚੱਲ ਕੇ ਕੁਝ ਸਮਾਂ ਮਲੂਕੇ ਗੁਜ਼ਾਰਿਆ ਸੰਤ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਨੂੰ ਬਾਬਾ ਜੀ ਨੇ ਇਹ ਬਚਨ ਆਪ ਲਿਖਾਇਆ। ਬਿਕਰਮੀ ਸੰਮਤ 1982 ਪੋਹ ਪਰਵਿਸ਼ਟੇ 2 ਦਿਨ ਮੰਗਲਵਾਰ ਨੂੰ ਉਸ ਦੇ ਮੁਤਾਬਕ ਹੀ ਮਲੂਕੇ ਵਾਲੇ ਪਹੁੰਚੇ। 2 ਰਾਤਾਂ ਇੱਥੇ ਰਹੇ। ਮੰਗਲ ਬੁੱਧ ਗਰਾਮੇ ਵਾਸਾ, ਬ੍ਰਹਸਪਤੀ ਮਹਾਰਾਜ ਕੋਠੀ ਵਾਸਾ, ਉੱਤਰ ਦਿਸ਼ਾ में कीने वास, सख्त समीपे परम प्रकाश, आज्ञा लै निज पास सिधाई, मलूको ग्राम परम सुखदाई, सब ही मूर्ख गए तह साथ, श्री गुरु हरनाम सिंह दे उचरी गाथ। ਇਹ ਚੌਪਾਈ ਸੰਤ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਦੀ ਰਚੀ ਹੋਈ ਹੈ। ਭਾਨ ਸਿੰਘ ਦਾ ਪੁੱਤਰ ਨਿਧਾਨ ਸਿੰਘ, ਉਸ ਦੇ ਘਰੋਂ ਮਾਲਾ, ਲੜਕਾ ਦਿਆਲ ਸਿੰਘ, 1 ਮਹੀਨੇ ਦੀ ਇੱਕ ਲੜਕੀ ਜਿਸ ਦਾ ਨਾਮ ਹਰੋਸੀ, ਬੈਸ ਭਾਵ ਸਿੰਘ ਪਟਵਾਰੀ, ਤਨਖਾਹ 12 ਰੁਪਏ ਮਹੀਨਾ, ਉਸ ਦੇ ਘਰੋਂ ਜਿਸ ਦਾ ਨਾਮ ਸੋਭੀ, ਉਸ ਦੀ ਇੱਕ ਲੜਕੀ ਜਗੀਰ ਕੌਰ। ਇਹਨਾਂ ਨੂੰ ਬਚਨ ਹੋਇਆ ਕਿ ਤੁਹਾਡੇ ਲੜਕਾ ਹੋਵੇਗਾ। ਬਾਬਾ ਹਰਨਾਮ ਸਿੰਘ ਜੀ ਦੇ ਵਰ ਅਨੁਸਾਰ ਰਾਮ ਕ੍ਰਿਸ਼ਨ ਜੀ ਦੀ ਸੱਤਿਆ ਹੈ। ਵਿੱਚ ਦਸਖਤ ਹਰਨਾਮ ਸਿੰਘ ਕਿਰਨ ਸਿੰਘ ਦਾ। ਮਲੂਕਾ ਵਾਸੀ ਜਨਮ ਰਾਮ ਲੰਡੇ ਕੇ ਖੋਸੇ, ਪਾਂਡੇ ਕੇ ਪਟਵਾਰੀ ਪੋਹ ਪਰਵਿਸ਼ਠੇ 13 ਦਿਨ ਵੀਰਵਾਰ ਸੰਮਤ 1972 ਨੂੰ। ਇਹ ਬਚਨ ਸ੍ਰੀ ਰਾਮ ਸਿੰਘ ਜੀ ਨੇ ਲਿਖਵਾਇਆ। ਬਾਬਾ ਜੀ ਮਲੂਕੇ ਇੱਕ ਦਿਨ ਰਹੇ। ਤਰੂਆਣੇ ਕੁਝ ਦਿਨ ਨਿਵਾਸ ਕੀਤਾ। ਪਿੰਡ ਕੋਠਾ ਗੁਰੂ ਵਿੱਚ ਆਪਣੇ ਆਨੰਦ ਵਿੱਚ ਭ੍ਰਮਣ ਕਰਦੇ ਹੋਏ ਸ੍ਰੀ ਸੰਤ ਮਹਾਰਾਜ ਪਿੰਡ ਭੁੱਚੋ ਦੀ ਤਰਫ ਆ ਰਹੇ ਸਨ। ਰਸਤੇ ਵਿੱਚ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਖੇ ਆਣ ਦਰਸ਼ਨ ਬਖਸ਼ੇ। ਪਿੰਡ ਦੇ ਪੱਛਮ ਛਿਪਦੇ ਵੱਲ ਜਿੱਥੇ ਹੁਣ ਮੋਟਰਾਂ ਦਾ ਅੱਡਾ ਹੈ, ਸੋਢੀ ਨਾਰਾਇਣ ਸਿੰਘ ਦੀ ਜ਼ਮੀਨ ਵਿੱਚ ਲਸੂੜੇ ਦੇ ਬਿਰਛ ਹੇਠ ਬੈਠ ਗਏ। ਅਜਨਬੀ ਸੰਤ ਨੂੰ ਬੈਠਾ ਦੇਖ ਕੇ ਜ਼ਮੀਨ ਦਾ ਮਾਲਕ ਸੋਢੀ ਨਾਰਾਇਣ ਸਿੰਘ ਆਇਆ ਅਤੇ ਬਿਨਾਂ ਕਿਸੇ ਸਤਿਕਾਰ ਸਨਮਾਨ ਦੇ ਅਪਮਾਨ ਨਾਲ ਬੋਲਿਆ ਕਿ ਸੰਤ ਜੀ ਕਿਸੇ ਹੋਰ ਥਾਂ ਜਾ ਕੇ ਬੈਠੋ। ਬਾਬਾ ਜੀ ਨੇ ਫਰਮਾਇਆ, ਭਾਈ ਚਲੇ ਜਾਵਾਂਗੇ। ਦੂਸਰੇ ਦਿਨ ਸੋਢੀ ਫੇਰ ਆਇਆ ਅਤੇ ਨਾਰਾਜ਼ਗੀ ਨਾਲ ਬੋਲਿਆ, ਤੁਹਾਨੂੰ ਮੈਂ ਕੱਲ੍ਹ ਕਿਹਾ ਸੀ ਇੱਥੋਂ ਚਲੇ ਜਾਵੋ। ਜ਼ਮੀਨ ਨੂੰ ਗੁਰਦੁਆਰਾ ਬਣਾ ਛੱਡਿਆ ਹੈ। ਚੌਫੇਰਿਓਂ ਲੋਕ ਆ ਕੇ ਡੰਡੀਆਂ ਪਾ ਰਹੇ ਹਨ। ਇਹ ਕਹਿ ਸ੍ਰੀ ਬਾਬਾ ਜੀ ਮਹਾਰਾਜ ਨੇ ਆਪਣੇ ਆਨੰਦ ਵਿੱਚ ਫਰਮਾਇਆ, ਪ੍ਰੇਮੀਆਂ ਜਿਸ ਤਰ੍ਹਾਂ ਭਾਵਨਾ ਹੈ ਉਸੇ ਤਰ੍ਹਾਂ ਹੀ ਹੋ ਜਾਵੇਗਾ। ਜ਼ਮੀਨ ਵੀ ਗੁਰਦੁਆਰੇ ਦੀ ਬਣ ਜਾਵੇਗੀ ਅਤੇ ਡੰਡੀਆਂ ਵੀ ਪੈ ਜਾਣਗੀਆਂ। ਇਹ ਫਰਮਾ ਕੇ ਆਪ ਸ੍ਰੀ ਬਾਬਾ ਜੀ ਮਹਾਰਾਜ ਪਿੰਡ ਵੱਲ ਨੂੰ ਛੱਪੜ ਦੇ ਕਿਨਾਰੇ ਇੱਕ ਪਿੱਪਲ ਹੇਠ ਬੈਠ ਗਏ। ਭਾਵੇਂ ਬਹੁਤ ਸਾਰੇ ਆਦਮੀ ਇਹ ਘਟਨਾ ਦੇਖ ਰਹੇ ਸਨ, ਪਰ ਸੋਢੀ ਨੂੰ ਰੋਕਣ ਦਾ ਹੌਸਲਾ ਕਿਸੇ ਵੀ ਨਹੀਂ ਕੀਤਾ। ਭਾਈ ਜੈ ਸਿੰਘ ਸੰਧੂ ਪੁੱਤਰ ਰਣ ਸਿੰਘ ਨੇ ਆਪਣੇ ਵੱਡੇ ਭਾਈ ਕਿਸ਼ਨ ਸਿੰਘ ਨੂੰ ਸਾਰੀ ਵਾਰਤਾ ਸੁਣਾ ਕੇ ਕਿਹਾ ਕਿ ਸੰਤ ਪੂਰਨ ਮਹਾਂਪੁਰਸ਼ ਪ੍ਰਤੀਤ ਹੁੰਦੇ ਹਨ। ਵੈਸੇ ਵੀ ਹਰ ਅਤਿਥੀ ਦਾ ਸਤਿਕਾਰ ਕਰਨਾ ਸਾਡਾ ਧਰਮ ਹੈ। ਕੋਈ ਸਤਿਪੁਰਸ਼ ਪਿੰਡ ਵਿੱਚੋਂ ਅਪਮਾਨਿਤ ਹੋ ਕੇ ਨਹੀਂ ਜਾਣਾ ਚਾਹੀਦਾ। ਇਸ ਵਾਸਤੇ ਸੰਤ ਜੀ ਨੂੰ ਕੁਝ ਦਿਨ ਰੱਖਣ ਦਾ ਯਤਨ ਕਰੀਏ ਅਤੇ ਪ੍ਰਸ਼ਾਦਾ ਛਕਾਈਏ। ਭਾਈ ਕਿਸ਼ਨ ਸਿੰਘ ਨੇ ਕਿਹਾ, ਇਹ ਕਿਹੜੀ ਪੁੱਛਣ ਵਾਲੀ ਗੱਲ ਹੈ, ਛੇਤੀ ਚੱਲ ਕੇ ਸੇਵਾ ਵਿੱਚ ਹਾਜ਼ਰ ਹੋਈਏ। ਇਸ ਤਰ੍ਹਾਂ ਦੋਨੋਂ ਭਰਾ ਦਾਲ ਰੋਟੀ ਅਤੇ ਦੁੱਧ ਦਾ ਗੜਵਾ ਲੈ ਕੇ ਬਾਬਾ ਜੀ ਦੇ ਚਰਨਾਂ ਵਿੱਚ ਪੁੱਜੇ। ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ। ਪ੍ਰੇਮੀ ਵੇਖ ਕੇ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ। ਦੋਨਾਂ ਭਰਾਵਾਂ ਨੇ ਮੁੜ ਬੇਨਤੀ ਕੀਤੀ, ਕੁਝ ਦਿਨ ਸੇਵਾ ਦਾ ਸੁਭਾਗ ਬਖਸ਼ੋ। ਅਧਿਕਾਰੀ ਜਾਣ ਕੇ ਬਾਬਾ ਜੀ ਨੇ ਪ੍ਰਵਾਨਗੀ ਬਖਸ਼ੀ। ਇਸ ਤਰ੍ਹਾਂ ਕਈ ਦਿਨ ਪਿੰਡ ਕੋਠਾ ਗੁਰੂ ਵਿਖੇ ਰਹਿ ਕੇ ਪਿੰਡ ਨਿਵਾਸੀਆਂ ਨੂੰ ਸਿੱਖੀ ਸਿਦਕ ਬਖਸ਼ ਕੇ ਸਦ ਉਪਦੇਸ਼ ਦੇ ਕੇ ਨਾਮ ਬਾਣੀ ਦੇ ਲੜ ਲਾਇਆ। ਆਪਣੀ ਕਰਨੀ ਦੁਆਰਾ ਸਾਧੂ ਦੇ ਆਚਰਣ, ਸਹਿਣ ਸ਼ਕਤੀ, ਕਰਤੱਵਿਆਂ ਨੂੰ ਦੱਸਿਆ ਕਿ ਸਾਧੂ ਨੂੰ ਸਾਗਰ ਵਰਗਾ ਗੰਭੀਰ ਅਤੇ ਪਹਾੜ ਵਰਗਾ ਅਚਲ ਹੋਣਾ ਚਾਹੀਦਾ ਹੈ। ਉਸਤਤ ਨਿੰਦਾ, ਹਰਖ ਸੋਗ, ਮਾਨ ਅਪਮਾਨ, ਕੰਚਨ ਮਾਟੀ ਨੂੰ ਸਮਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ। ਸ੍ਰੀ ਸੰਤ ਜੀ ਮਹਾਰਾਜ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਭਾਈ ਜੈ ਸਿੰਘ ਜੀ ਸੰਸਾਰ ਤੋਂ ਉਪਰਾਮ ਹੋ ਗਏ। 8 ਪਹਿਰ ਸਿਮਰਨ ਕਰਦੇ ਹੋਏ ਸਮਾਂ ਬਤੀਤ ਕਰਦੇ ਅਖੀਰ ਪਿੰਡ ਜੰਡਾਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਸ੍ਰੀਮਾਨ ਮਹੰਤ ਨਾਰਾਇਣ ਸਿੰਘ ਜੀ ਦੇ ਸਿੱਸ ਬਣ ਗਏ। ਡੇਰੇ ਵਿੱਚ ਸੇਵਾ ਸਿਮਰਨ ਅਤੇ ਵਿੱਦਿਆ ਅਧਿਐਨ ਕਰਦੇ ਰਹੇ। ਵੇਦਾਂ ਸ਼ਾਸਤਰਾਂ ਅਤੇ ਗੁਰਮਤਿ ਦੇ ਮਹਾਨ ਵਿਦਵਾਨ ਬਣ ਗਏ।
ਵਿਸ਼ੇਸ਼ ਕਰਕੇ ਆਯੁਰਵੈਦਿਕ ਵਿੱਚ ਪ੍ਰਸਿੱਧੀ ਅਤੇ ਸਨਮਾਨ ਪ੍ਰਾਪਤ ਕੀਤਾ। ਸ੍ਰੀਮਾਨ ਮਹੰਤ ਨਾਰਾਇਣ ਸਿੰਘ ਜੀ ਤੋਂ ਮਗਰੋਂ ਡੇਰਾ ਜੰਡਾਂਵਾਲਾ ਦੇ ਸਥਾਨਪਤੀ ਬਣੇ। ਡੇਰੇ ਦੀ ਸੁੰਦਰ ਇਮਾਰਤ ਬਣਾਈ। ਰਿਆਸਤ ਫਰੀਦਕੋਟ ਦੇ ਰਾਜ ਦਰਬਾਰ ਵਿੱਚ ਉੱਚਾ ਸਤਿਕਾਰ ਪਾਇਆ। ਕਾਫੀ ਜ਼ਮੀਨ ਮਹਾਰਾਜ ਨੇ ਮੁਆਫੀ ਵਿੱਚ ਭੇਂਟ ਕੀਤੀ। ਇਸ ਤਰ੍ਹਾਂ ਨਿਰਮਲ ਭੇਖ ਵਿੱਚ ਪ੍ਰਸਿੱਧ ਪੁਰਸ਼ ਹੋਏ। ਪਿੰਡ ਕੋਠਾ ਗੁਰੂ ਦੀ ਉਹ ਜ਼ਮੀਨ ਜਿਸ ਵਿੱਚੋਂ ਸੋਢੀ ਨੇ ਜਬਰਨ ਉਠਾ ਦਿੱਤਾ ਸੀ। ਸੋਢੀ ਨਾਰਾਇਣ ਸਿੰਘ ਜੀ ਦੇ ਪੁੱਤਰ ਸ੍ਰੀਮਾਨ ਬਾਬਾ ਅਰਜਨ ਸਿੰਘ ਜੀ ਸੋਢੀ ਨੇ 1856 ਈਸਵੀ ਉਪਰੋਕਤ ਖੇਤ ਅਤੇ ਹੋਰ ਜ਼ਮੀਨ ਮਿਲਾ ਕੇ ਕੁੱਲ 10 ਕਮਾਂ ਜ਼ਮੀਨ ਗੁਰਦੁਆਰਾ ਗੋਂਗਸਰ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਕੋਠਾ ਗੁਰੂ ਨੂੰ ਦਾਨ ਕਰ ਦਿੱਤੀ, ਜੋ ਸੰਨ 1960 ਈਸਵੀ ਵਿੱਚ ਮੁਰੱਬਾਬੰਦੀ ਹੋਣ ਸਮੇਂ ਆਬਾਦੀਆਂ ਵਿੱਚ ਕੱਟੀ ਗਈ, ਜਿਸ ਨਾਲ ਸਾਰੇ ਖੇਤ ਵਿੱਚ ਡੰਡੀਆਂ ਪੈ ਗਈਆਂ ਅਤੇ ਗਲੀਆਂ ਪੈ ਗਈਆਂ। ਇਸ ਤਰ੍ਹਾਂ ਬਾਬਾ ਜੀ ਮਹਾਰਾਜ ਦਾ ਕਥਨ ਕਿਰਿਆਤਮਕ ਰੂਪ ਵਿੱਚ ਪੂਰਨ ਹੋਇਆ। ਜ਼ਬਾਨੀ ਭਾਈ ਤੇਜਾ ਸਿੰਘ ਜੀ ਸੋਨੂੰ ਕੋਠਾ ਗੁਰੂ। ਇੱਥੇ ਇੱਕ ਬਜ਼ੁਰਗ ਬਾਬਾ ਮਹਿਤਾਬ ਸਿੰਘ ਸੀ। ਉਸ ਦੇ ਨਾਲ ਬਾਹਰ ਕਿਤੇ ਮਿਲਾਪ ਹੋਇਆ। ਉਸਨੇ ਵੇਖ ਕੇ ਸੰਤ ਜਾਣ ਕੇ ਨਮਸਕਾਰ ਕੀਤੀ ਅਤੇ ਜਲ ਪਾਣੀ ਪੁੱਛਿਆ। ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਕੋਈ ਸਿਆਣ ਕੇ ਜਲ ਪਾਣੀ ਪੁੱਛੇਗਾ, ਐਵੇਂ ਕੌਣ ਪੁੱਛੇ। ਉਸ ਬਜ਼ੁਰਗ ਨੇ ਬੇਨਤੀ ਕੀਤੀ ਕਿ ਮੈਂ ਹਾਜ਼ਰ ਹਾਂ, ਹੁਕਮ ਕਰੋ, ਘਰ ਚੱਲ ਕੇ ਛਕੋਗੇ ਕਿ ਇੱਥੇ ਲੈ ਕੇ ਆਵਾਂ। ਆਪ ਨੇ ਬਚਨ ਕੀਤਾ, ਇੱਥੇ ਹੀ ਲੈ ਆ। ਉਹ ਲੈ ਕੇ ਪਹੁੰਚ ਗਿਆ। ਬਾਬਾ ਜੀ ਨੇ ਬਾਹਰ ਹੀ ਜਲ ਪਾਣੀ ਛਕ ਕੇ ਤੇ ਉਸ ਨਾਲ ਬਚਨ ਕਰਦੇ ਰਹੇ। ਸੁਣ ਕੇ ਮਨ ਐਸਾ ਪ੍ਰਭਾਵਿਤ ਹੋਇਆ, ਬਾਬਾ ਜੀ ਨੂੰ ਬੇਨਤੀ ਕਰਕੇ ਘਰ ਵੀ ਲੈ ਆਇਆ ਅਤੇ ਘਰ ਇੱਕ ਚੁਬਾਰੇ ਵਿੱਚ ਆਸਣ ਲਗਾ ਦਿੱਤਾ। ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਅਨੁਸਾਰ ਤਾਂ ਜ਼ਿਆਦਾ ਚਿਰ ਠਹਿਰੇ, ਪਰ ਸੁਣਨ ਵਿੱਚ ਆਇਆ ਹੈ ਤਕਰੀਬਨ 7 ਦਿਨ ਰਹੇ। ਉਹ ਬਜ਼ੁਰਗ ਸੇਵਾ ਕਰਦਾ ਰਿਹਾ, ਉਸ ਨਾਲ ਬਚਨ ਬਿਲਾਸ ਵੀ ਕਰਦੇ ਰਹੇ। ਉਸ ਦੀ ਭਾਵਨਾ ਵੇਖ ਕੇ ਬਚਨ ਕੀਤਾ ਕਿ ਤੇਰੀ ਔਲਾਦ ਬਹੁਤ ਵਧੇਗੀ। ਸੋ ਇਸ ਵਕਤ ਉਸ ਦਾ ਪਰਿਵਾਰ ਬਹੁਤ ਹੈ। ਇੱਥੋਂ ਚੱਲ ਕੇ ਰਸਤੇ ਵਿੱਚ ਆਉਂਦਿਆਂ ਇੱਕ ਮੁਸਲਮਾਨ ਫਕੀਰ ਮਿਲ ਪਿਆ। ਉਸ ਦੇ ਨਾਲ ਪਰਮਾਰਥ ਦੇ ਬਚਨ ਹੁੰਦੇ ਰਹੇ। ਉਸ ਨੇ ਬਚਨ ਕੀਤਾ ਕਿ ਸੰਤ ਜੀ, ਮੈਂ ਸੁਣਿਆ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਔਂਸਰ ਝੋਟੀ ਦਾ ਦੁੱਧ ਚਵਾ ਕੇ ਪੀਤਾ ਸੀ, ਕੀ ਇਹ ਸੱਚ ਹੈ? ਬਾਬਾ ਜੀ ਨੇ ਉੱਤਰ ਦਿੱਤਾ, ਹਾਂ, ਅੱਖਰ ਅੱਖਰ ਸੱਚ ਹੈ। ਬਾਬਾ ਜੀ ਨੇ ਪੁੱਛਿਆ, ਇਹ ਗੱਲ ਕਿਉਂ ਪੁੱਛੀ? ਉਸ ਨੇ ਕਿਹਾ, ਜੀ ਐਵੇਂ ਹੀ। ਬਾਬਾ ਜੀ ਨੇ ਬਚਨ ਕੀਤਾ, ਨਹੀਂ, ਤੇਰੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਗੱਲ ਕਰ। ਕਰਾਮਾਤਾਂ ਤਾਂ ਗੁਰੂ ਕੇ ਸਿੱਖਾਂ ਸੇਵਕਾਂ ਵਿੱਚ ਵੀ ਬਹੁਤ ਹਨ, ਗੁਰੂਆਂ ਦੀ ਤਾਂ ਗੱਲ ਹੀ ਕਿਹੜੀ ਹੈ। ਉਸ ਨੇ ਕਿਹਾ, ਫਿਰ ਵਿਖਾਓ। ਆਪ ਬੋਲੇ, ਤੁਰ ਸਾਡੇ ਨਾਲ, ਜਿੱਥੇ ਕਿਤੇ ਮੌਕਾ ਬਣਿਆ ਵੇਖ ਲਵੀਂ। ਉਸ ਨੂੰ ਨਾਲ ਲੈ ਕੇ ਜਦੋਂ ਤੁਰ ਪਏ, ਕਿਤੇ ਰਸਤੇ ਵਿੱਚ ਕੋਈ ਪਸ਼ੂ ਚਾਰਦਾ ਫਿਰਦਾ ਸੀ। ਉਸ ਨੂੰ ਹੱਥ ਦਾ ਇਸ਼ਾਰਾ ਕਰਕੇ ਕੋਲ ਸੱਦਿਆ। ਉਸ ਨੇ ਕੋਲ ਆ ਕੇ ਸੰਤ ਸਮਝ ਕੇ ਨਮਸਕਾਰ ਕੀਤੀ। ਬਾਬਾ ਜੀ ਉਸ ਨੂੰ ਬੋਲੇ, ਆਪਣੇ ਪਸ਼ੂਆਂ ਵਿੱਚੋਂ ਇੱਕ ਝੋਟੀ ਲੈ ਕੇ ਆ। ਉਹ ਵਿਸ਼ਕਾਰ ਕੇ ਇੱਕ ਝੋਟੀ ਲੈ ਆਇਆ। ਬਾਬਾ ਜੀ ਫਕੀਰ ਨੂੰ ਬੋਲੇ, ਦੱਸ ਬਈ ਅਸੀਂ ਚੋ ਕੇ ਵਿਖਾਈਏ ਕਿ ਤੇਰੇ ਹੱਥੀਂ ਚਵਾਈਏ? ਉਸ ਨੇ ਕਿਹਾ, ਤੁਸੀਂ ਚੋਵੋ, ਮੈਂ ਵੇਖਦਾ ਹਾਂ। ਬਾਬਾ ਜੀ ਉਸ ਪਸ਼ੂ ਚਾਰਨ ਵਾਲੇ ਨੂੰ ਕਹਿਣ ਲੱਗੇ, ਲਿਆ ਤੇਰੇ ਕੋਲ ਜਿਹੜਾ ਬਰਤਨ ਹੈ ਉਸ ਬਰਤਨ ਵਿੱਚ ਚੋ। ਉਹ ਹੈਰਾਨ ਹੋ ਕੇ ਬੋਲਿਆ, ਜੀ ਇਹ ਤਾਂ ਔਂਸਰ ਝੋਟੀ ਹੈ। ਬਾਬਾ ਜੀ ਹੱਸ ਕੇ ਬੋਲੇ, ਤੂੰ ਬੈਠ ਜਾ, ਛੇਤੀ ਕਰ। ਬਚਨ ਮੰਨ ਕੇ ਉਹ ਬੈਠ ਗਿਆ। ਕਲਾ ਵਰਤੀ ਮਹਾਂਪੁਰਖਾਂ ਦੀ ਝੋਟੀ ਨੇ ਦੁੱਧ ਦਿੱਤਾ। ਉਸ ਨੂੰ ਬਾਬਾ ਜੀ ਕਹਿਣ ਲੱਗੇ, ਲੈ ਬਈ ਪੀਓ, ਨਾਲੇ ਅੱਖੀਂ ਵੇਖੋ, ਇਹ ਤਾਂ ਤੁਸ ਚੀਜ਼ਾਂ ਹਨ ਗੁਰੂ ਕੇ ਸਿੱਖਾਂ ਲਈ। ਜੇ ਸਤਿਗੁਰਾਂ ਨੇ ਇਹ ਕੁਝ ਕਰ ਦਿੱਤਾ ਤਾਂ ਉਹਨਾਂ ਵਾਸਤੇ ਤਾਂ ਕੋਈ ਇਹ ਵੱਡੀ ਗੱਲ ਹੈ ਹੀ ਨਹੀਂ। ਤੂੰ ਸ਼ੰਕਾ ਨਾ ਕਰ, ਹੋਰ ਕੋਈ ਗੱਲ ਹੈ ਤਾਂ ਦੱਸ। ਸੁਣਦੇ ਸਾਰ ਹੀ ਹੱਥ ਜੋੜ ਲਏ ਅਤੇ ਬੋਲਿਆ, ਬਸ ਜੀ, ਬਸ ਮੇਰੀ ਤਸੱਲੀ ਹੋ ਗਈ। ਬਾਬਾ ਜੀ ਨੇ ਬਚਨ ਕੀਤਾ, ਫਕੀਰ ਸਾਈਂ, ਕਿਸੇ ਵੀ ਗੁਰੂ ਅਵਤਾਰ 'ਤੇ ਕਦੇ ਕਿੰਤੂ ਨਹੀਂ ਕਰਨਾ ਚਾਹੀਦਾ। ਸਾਡੀ ਤਾਂ ਇਹੋ ਹੀ ਮਰਿਆਦਾ ਹੈ। ਤੂੰ ਆਪਣੇ ਆਨੰਦ ਵਿੱਚ ਰਹੋ। ਜੋ ਤੇਰੇ ਮੁਰਸ਼ਿਦ ਨੇ ਤੈਨੂੰ ਸਿੱਖਿਆ ਦਿੱਤੀ ਹੈ ਉਹੀ ਕਰਨ ਵਿੱਚ ਤੇਰਾ ਭਲਾ ਹੈ। ਉਸਤਤ ਨਿੰਦਾ ਦੋਵੇਂ ਤਿਆਗ ਕਰਨੇ ਪੈਂਦੇ ਹਨ। ਉਸਤਤ ਨਿੰਦਾ ਦੋਉ ਤਿਆਗੇ, ਖੋਜੇ ਪਦ ਨਿਰਵਾਣਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ।
ਸੋ ਇਹ ਨਿਰਵਾਣ ਪਦ ਦੀ ਪ੍ਰਾਪਤੀ ਹੁੰਦੀ ਹੈ, ਪਰ ਇਹ ਖੇਲ ਕਠਿਨ ਹੈ। ਕੋਈ ਵਿਰਲੇ ਗੁਰਮੁਖ ਹੀ ਇਸ ਨੂੰ ਜਾਣਦੇ ਹਨ। ਕਬਿੱਤ ਆਏ ਕੋ ਨਾ ਹਰਖ ਕਰੇ, ਗਏ ਕੋ ਨਾ ਸੋਗ, ਭਏ ਨਿਰਲੇਪ ਕੈਸੇ ਸਮਝਨੇ ਕੀ ਬਾਤ ਹੈ। ਦੇਹ ਸੇ ਸੰਬੰਧ ਨਹੀਂ, ਮਾਇਆ ਸੇ ਪਿਆਰ ਨਹੀਂ, ਮਨ ਹੈ ਅਚਲ ਕਹੂੰ ਆਵਤ ਨਾ ਜਾਤ ਹੈ। ਲੋਕਾਂ ਚਾਰ ਰੀਤ ਨਹੀਂ, ਵਾਰ ਨਹੀਂ ਪ੍ਰੀਤ ਨਹੀਂ, ਨਾ ਹਾਰ ਹੈ ਨਾ ਜੀਤ ਹੈ, ਨਾ ਵਰਨ ਹੈ ਨਾ ਜਾਤ ਹੈ। ਐਸੋ ਜਬ ਗਿਆਨ ਹੋਏ, ਐਸੋ ਹੀ ਧਿਆਨ ਹੋਏ, ਪ੍ਰਿਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਂ ਰੀਤ। ਤ੍ਰੈਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ। ਤਰਈ ਗੁਣਿਆ ਵਿਸ਼ਯਾ ਵੇਦਾਂ, ਨਿਮਤਰਈ ਗੁਣਿਓ ਭਵ ਅਰਜਨ। ਨਿਰਦੰਦੇ ਨਿਤਿਆ ਸਸੁਸਥ, ਨਿਰਜੋਗ ਖਿਆਮ ਆਤਮਵਾਨ। ਹੇ ਅਰਜਨ, ਵੇਦ ਵੀ ਤਿੰਨਾਂ ਦੇ ਰਚੇ ਹੋਏ ਸੰਸਾਰ ਦੇ ਬਾਬਤ ਕਥਨ ਕਰਦੇ ਹਨ, ਔਰ ਤੂੰ ਤਿੰਨ ਗੁਣਾਂ ਦੇ ਰਹਿਤ ਹੋ। ਤੂੰ ਸੁੱਖ ਦੁੱਖ ਮਾਨ ਅਪਮਾਨ ਹਰਖ ਸੋਗ ਤੋਂ ਰਹਿਤ ਹੋ। ਅਬਿਨਾਸੀ ਪਦ ਮੇਂ ਬਿਰਾਜ ਕੇ ਸਥਿਤ ਹੋ, ਆਤਮਾ ਪਰਾਇਣ ਹੋ। ਸਰੀਰ ਦੀ ਪਾਲਣਾ ਪੋਸ਼ਣਾ ਤੋਂ ਹੀ ਨਿਰਲੇਪ ਹੋ ਜਾ। ਤ੍ਰਿਹਾਂ ਗੁਣਾਂ ਤੇ ਰਹੇ ਨਿਰਾਰਾ, ਸੋ ਗੁਰਮੁਖ ਸੋਭਾ ਪਾਏਂਦਾ। ਜੀਵਨ ਮੁਕਤੀ ਦੇ 5 ਫਲ ਹਨ। ਅੰਤਰ-ਆਤਮੇ ਕੀ ਅਵਸਥਾ ਹੁੰਦੀ ਹੈ, ਉਹਨਾਂ ਦੀ ਜਿਵੇਂ ਹਰ ਇੱਕ ਫਲ ਦਾ ਸਵਾਦ ਹੈ, ਇਸੇ ਤਰ੍ਹਾਂ ਇਹ ਵੀ ਹਨ। ਗਿਆਨ ਰੱਖਿਆ ਭਾਵ ਕੋਈ ਕਿਤਨਾ ਵਿਕਾਰ ਵਿਹਾਰ ਕਰਨ, ਪਰੰਤੂ ਆਪਣੇ ਸਰੂਪ ਦੇ ਧਿਆਨ ਵਿੱਚੋਂ ਬ੍ਰਿਤੀ ਨਹੀਂ ਪੁੱਟਦੇ। ਤੀਸਰਾ ਫਲ ਹੈ ਬਿਸਮਾਦ ਭਾਵ, ਹੋਰ ਕਿਸੇ ਵਾਦ ਵਿਵਾਦ ਵਿੱਚ ਨਹੀਂ ਆਉਂਦੇ। ਜਿਵੇਂ ਕਿਸੇ ਨੇ ਕੋਈ ਕੁਛ ਕਿਹਾ ਭਾਵ ਸਲਾਹ ਦਿੱਤੀ ਅਤੇ ਸੁਣ ਲਈ ਚੁੱਪ ਹੋ ਗਏ। ਸੰਸਾਰੀ ਬੰਦੇ ਸਮਝਣ ਬਸ ਹੁਣ ਮੇਰੀ ਕਹੀ ਗੱਲ ਸੰਤ ਕਦੇ ਨਹੀਂ ਮੋੜਦੇ। ਉਸਨੇ ਇਹ ਸਮਝ ਕੇ ਖੁਸ਼ ਹੋ ਜਾਣਾ। ਇਸੇ ਵਿੱਚ ਹੀ ਬੰਦੇ ਦੀ ਹਉਮੈ ਵੱਧਦੀ ਹੈ। ਇਹੋ ਚੀਜ਼ ਹੈ ਜਿਹੜੀ ਮਹਾਂਪੁਰਖ ਤੋਂ ਜੀਵ ਨੂੰ ਕੁਛ ਪ੍ਰਾਪਤ ਹੋਣ ਨਹੀਂ ਦਿੰਦੀ। ਹਉ ਤਿਸਦੇ ਚੌਖੰਨੀਏ, ਆਪ ਠਗਾਏ ਲੋਕਾਂ ਭਾਣੇ। ਉਹ ਤਾਂ ਨਹੀਂ ਠੱਗੇ ਜਾਂਦੇ, ਨਾ ਮਰੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੇ ਮਨ ਆਹੇ। ਹਾਂ, ਜੀਵ ਜ਼ਰੂਰ ਠੱਗਿਆ ਜਾਂਦਾ ਹੈ, ਕੁਝ ਪ੍ਰਾਪਤ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ। ਜੀਵ ਖਾਲੀ ਰਹਿ ਜਾਂਦਾ ਹੈ। ਚੌਥਾ, ਜੀਵਨ ਮੁਕਤੀ ਦਾ ਭਾਵ ਹੈ ਦੁੱਖਾਂ ਦਾ ਨਾਸ। ਕਿਸੇ ਸਮੇਂ ਕਿਸੇ ਤਰ੍ਹਾਂ ਦਾ ਵੀ ਦੁੱਖ ਪ੍ਰਤੀਤ ਨਹੀਂ ਹੁੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੈ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੇ। ਪੰਜਵਾਂ ਹੈ ਹਰ ਵਕਤ ਸੁਖ ਹੀ ਰਹਿਣਾ, ਆਨੰਦ ਮਗਨ ਰਹਿਣਾ। ਦੁੱਖ ਭਰ ਹਰ ਸੁਖ ਘਰ ਲੈ ਜਾਏ, ਦੁੱਖ ਨਾਹੀਂ ਸਭ ਸੁਖੀ ਹੈ ਰੇ। ਏਕੇ ਏਕੀ ਨੇਤੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਹਾਰ ਨਹੀਂ ਸਭ ਜੇਤੇ। ਇਹ ਹੈ ਮਹਾਂਪੁਰਖਾਂ ਦੀ ਵਡਿਆਈ, ਜਿਸ ਦੀ ਸਾਨੂੰ ਗੁਰਬਾਣੀ ਤੋਂ ਸੋਝੀ ਪੈਂਦੀ ਹੈ ਅਤੇ ਹੋਰ ਗ੍ਰੰਥ ਵੀ ਇਸੇ ਤਰ੍ਹਾਂ ਗਵਾਹੀ ਦਿੰਦੇ ਹਨ। ਇਸ ਤੋਂ ਉਪਰੰਤ ਫਕੀਰ ਕਿਸੇ ਹੋਰ ਪਾਸੇ ਨੂੰ ਚਲਾ ਗਿਆ, ਮਹਾਂਪੁਰਖ ਕਿਸੇ ਹੋਰ ਪਾਸੇ ਵਿਚਰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।